बहुत ही सत्कारयोग डॉक्टर जसबीर सिंह जी साबर, साडे इस सैमीनार के कोआर्डीनेटर डॉक्टर जसबीर कौर जी, साडे माणयोग संत बाबा ज्ञानी अमीर सिंह जी जिहड़े कि स्पैशली जवद्दी टकसाल तो इत्थों आए ने, ਅਤੇ ਅਸੀਂ ਗੁਰਪੁਰ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਦੁਆਰਾ ਜਿਹੜੇ 25 ਸਾਲ ਪਹਿਲਾਂ ਜੋ ਉਲੀਕਾ ਗਿਆ ਸੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ, ਉਸ ਨੂੰ ਮਨਾ ਰਹੇ ਹਾਂ। ਉਸ ਦੇ ਇਸ ਜਿਹੜਾ 25 ਸਾਲ ਕੰਪਲੀਟ ਹੋਣ 'ਤੇ ਸੈਮੀਨਾਰ ਕਰ ਰਹੇ ਹਾਂ। ਬਹੁਤ ਵਧੀਆ ਵਿਸ਼ਾ ਰੱਖਿਆ ਗਿਆ ਸੈਮੀਨਾਰ ਦਾ, ਗੁਰਮਤਿ ਸੰਗੀਤ ਪ੍ਰਾਪਤੀਆਂ ਅਤੇ ਸੰਭਾਵਨਾਵਾਂ। ਸਵੇਰ ਤੋਂ ਅਸੀਂ ਸਾਰੇ ਇਸ ਦੇ ਪ੍ਰਤੱਖ ਗਵਾਹ ਹਾਂ, ਵਿਭਿੰਨ ਪਰਿਚੇ ਵੀ ਪੜ੍ਹੇ ਗਏ ਹਨ। ਮੇਰੇ ਪੇਪਰ ਦਾ ਵਿਸ਼ਾ ਹੈ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਯੋਗਦਾਨ। ਜ਼ਿਆਦਾ ਹੋਰ ਮੈਂ ਗੱਲ ਨਹੀਂ ਕਰਦਾ, ਜੋ ਲਿਖਿਆ ਹੈ ਥੋੜ੍ਹਾ ਜਿਹਾ ਉਹੀ ਸਮੇਟ ਲਵਾਂਗਾ ਇੰਨੇ ਸਮੇਂ ਵਿੱਚ। ਗੁਰਮਤਿ ਸੰਗੀਤਾਚਾਰੀਆ ਸਵਰਗਵਾਸੀ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਨਾਂ ਅੱਜ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਇੱਕ ਮਾਰਗਦਰਸ਼ਕ ਅਤੇ ਨਵਿਆਂ ਰਾਹਾਂ ਦੇ ਪੰਥੀ ਵਜੋਂ ਲਿਆ ਜਾਂਦਾ ਹੈ। ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਜਦੋਂ ਗੱਲ ਕਰ ਰਹੇ ਸੀ ਕਿ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਹੋਈ 1991 ਵਿੱਚ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਹੋਇਆ ਰਾਗਾਂ ਵਿੱਚ, ਕੇਵਲ ਰਾਗਾਂ ਵਿੱਚ, ਨਿਰਧਾਰਿਤ ਰਾਗਾਂ ਵਿੱਚ ਗਾਉਣ ਦਾ ਆਦੇਸ਼ ਦਿੱਤਾ ਬਾਬਾ ਜੀ ਨੇ। ਪਰ ਇਸ ਸਭ ਦੇ ਪਿੱਛੇ ਕੀ ਹੈ ਉਹਦੇ 'ਤੇ ਜ਼ਰੂਰ ਝਾਤ ਮਾਰਨੀ ਬਣਦੀ ਹੈ। ਡਾਕਟਰ ਗੁਰਨਾਮ ਸਿੰਘ ਜੀ ਕਿਹਦੇ ਸ਼ਿਸ਼ ਨੇ? ਪ੍ਰੋਫੈਸਰ ਤਾਰਾ ਸਿੰਘ ਜੀ ਦੇ। ਪ੍ਰੋਫੈਸਰ ਤਾਰਾ ਸਿੰਘ ਜੀ ਨੇ ਜਿਹੜੇ ਕਾਰਜ ਆਰੰਭ ਕੀਤੇ, ਡਾਕਟਰ ਸਾਹਿਬ ਨੂੰ ਉਹਦਾ ਹੱਲਾਸ਼ੇਰੀ ਦਿੱਤੀ ਕਿ ਇਸ ਪਾਸੇ ਖੋਜ ਕਰੋ, ਇਸ ਪਾਸੇ ਅੱਗੇ ਵਧੋ। ਪ੍ਰੋਫੈਸਰ ਤਾਰਾ ਸਿੰਘ ਜੀ ਸਾਹਿਤ, ਸੰਗੀਤ ਅਤੇ ਗੁਰਬਾਣੀ ਦੀ ਮੁਹਾਰਤ ਦਾ ਮੁਸੱਜਮਾ ਸਨ। ਆਪ ਇੱਕ ਸੱਚੇ ਸੁੱਚੇ ਨੇਕ ਮਨੁੱਖ, ਮਹਾਨ ਸੰਗੀਤਕਾਰ ਅਤੇ ਆਦਰਸ਼ ਸੰਗੀਤ ਗੁਰੂ ਸਨ, ਜਿਨ੍ਹਾਂ ਨੇ ਸੰਗੀਤ ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਦੀ ਖੋਜ, ਸਿਖਲਾਈ ਅਤੇ ਨਿਰਧਾਰਿਤ ਰਾਗਾਂ ਵਿੱਚ ਸੁਰਲਿਪੀਬੱਧ ਕਾਰਜ ਕਰਨ ਨੂੰ ਆਪਣੇ ਸਮੁੱਚੇ ਜੀਵਨ ਦਾ ਪ੍ਰਮੁੱਖ ਉਦੇਸ਼ ਬਣਾਇਆ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਖੇਤਰ ਵਿੱਚ ਵੀ ਆਪ ਦੀ ਦੇਣ ਅਦੁੱਤੀ ਹੈ। ਮੈਂ ਇਹਦੇ 'ਤੇ ਜ਼ਿਆਦਾ ਨਹੀਂ ਕਹਿਣਾ। ਬਹੁਤ ਸਾਰੀਆਂ ਉਹਨਾਂ ਨੇ ਬੰਦਿਸ਼ਾਂ, ਧਰੁਪਦ, ਧਮਾਰ, ਖਿਆਲ, ਤਰਾਨੇ, ਚਤੁਰੰਗ ਵੀ ਬਣਾਏ, ਪਰ ਕਿਉਂਕਿ ਅੱਜ ਦਾ ਵਿਸ਼ਾ ਗੁਰਮਤਿ ਸੰਗੀਤ ਵਿੱਚ ਦੇਣ ਹੈ, ਉਹਦੇ 'ਤੇ ਕੇਂਦਰਿਤ ਰਹਾਂਗੇ। ਇੱਕ ਹੋਰ ਵਿਸ਼ੇਸ਼ ਤੱਥ ਜਿਹੜਾ ਤਾਰਾ ਸਿੰਘ ਜੀ ਬਾਰੇ ਜਾਣ ਲੈਣਾ ਜ਼ਰੂਰੀ ਹੈ ਕਿ ਪੰਜਾਬ ਵਿੱਚ ਸਭ ਤੋਂ ਪਹਿਲੇ ਸੰਗੀਤ ਦੇ ਪ੍ਰਾਧਿਆਪਕ 1954 ਵਿੱਚ ਪੈਪਸੂ ਸਰਕਾਰ ਵੱਲੋਂ ਪ੍ਰੋਫੈਸਰ ਤਾਰਾ ਸਿੰਘ ਜੀ ਨੂੰ ਹੀ ਇੱਥੇ ਨਿਯੁਕਤ ਕੀਤਾ ਗਿਆ ਸੀ, ਜਦੋਂ ਕਿ ਸੰਗੀਤ ਵਿਸ਼ਾ ਹੀ ਨਹੀਂ ਸੀ ਹੋਰ ਕਿਤੇ। ਸੋ ਉਸ ਸਮੇਂ ਉਹਨਾਂ ਨੇ ਸੰਗੀਤ ਵਿਸ਼ੇ ਵਿੱਚ ਜਿਹੜੀਆਂ ਪਾਠ ਪੁਸਤਕਾਂ ਦੀ ਘਾਟ ਸੀ ਉਹਨੂੰ ਪੂਰਾ ਕੀਤਾ। ਬਹੁਤ ਸਾਰੀਆਂ ਪੁਸਤਕਾਂ ਦਾ ਟਰਾਂਸਲੇਸ਼ਨ ਕੀਤਾ, ਖੁਦ ਪੁਸਤਕਾਂ ਲਿਖੀਆਂ। 1954 ਵਿੱਚ ਨਿਯੁਕਤ ਹੋਏ। ਹਾਲਾਂਕਿ ਨਿਯੁਕਤੀ ਵੀ ਉਹਨਾਂ ਦੀ ਵਾਦਨ ਦੇ ਲੈਕਚਰਰ ਵਜੋਂ ਹੋਈ ਸੀ, ਪਰ ਸਾਰਾ ਜੀਵਨ ਅਤੇ ਆਪਣੇ ਰਿਟਾਇਰ ਹੋਣ ਤੋਂ ਬਾਅਦ ਵੀ ਉਹ ਗਾਇਨ, ਕੰਠ ਸੰਗੀਤ ਨੂੰ ਸਿਖਾਉਂਦੇ ਰਹੇ। 1977 ਵਿੱਚ ਇੱਥੋਂ ਹੀ ਆਪ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ। ਇਸ ਤੋਂ ਬਾਅਦ ਆਪਣੀ ਖੋਜ, ਸਿਖਲਾਈ ਅਤੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਦਾ ਮਹਾਨ ਕਾਰਜ ਕਰਕੇ ਆਪ 1988 ਵਿੱਚ ਗੁਜ਼ਰ ਗਏ ਸਨ। ਸਰੀਰਕ ਤੌਰ 'ਤੇ ਭਾਵੇਂ ਉਹ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਨੇ ਜੋ ਉਸ ਸਮੇਂ ਦਿਸ ਹੱਦੇ ਵਿਖੇ ਜੋ ਉਹਨਾਂ ਨੇ ਕੁਝ ਨਵਾਂ ਸਿਰਜਿਆ, ਉਹਦੀ ਬਦੌਲਤ ਹੀ ਅੱਗਿਓਂ ਇਹ ਗੁਰਬਾਣੀ ਸੰਗੀਤ, ਜਿਹਨੂੰ ਅੱਜ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ, ਇਸ ਦਾ ਵਿਸ਼ਾ ਸਥਾਪਿਤ ਹੋਇਆ। ਕੁਝ ਬਿੰਦੂ ਜਿਨ੍ਹਾਂ ਦੇ ਆਧਾਰ 'ਤੇ ਮੈਂ ਉਹਨਾਂ ਦੇ ਯੋਗਦਾਨ ਦੀ ਗੱਲ ਕਰਾਂਗਾ। ਗੁਰਮਤਿ ਸੰਗੀਤ ਪ੍ਰਬੰਧ ਦਾ ਰਹੱਸ ਉਦਘਾਟਨ। ਬਾਣੀ ਉਸ ਤੋਂ ਪਹਿਲਾਂ ਸਾਰੇ ਗਾ ਰਹੇ ਸਨ, ਸ਼ਬਦ ਕੀਰਤਨ ਤਾਂ ਹੋ ਰਿਹਾ, ਜਿਵੇਂ ਡਾਕਟਰ ਕਮਲਜੀਤ ਸਿੰਘ ਨੇ ਬੜਾ ਅੱਛਾ ਕਿਹਾ, ਅੱਜ ਵੀ ਅਸੀਂ ਸੁਣ ਰਹੇ ਹਾਂ ਸ੍ਰੀ ਹਰਿਮੰਦਰ ਸਾਹਿਬ ਤੋਂ, ਦਰਬਾਰ ਸਾਹਿਬ ਤੋਂ। ਉਸ ਤੋਂ ਪਹਿਲਾਂ ਵੀ, ਅੱਜ ਤੋਂ 30-40 ਸਾਲ ਪਹਿਲਾਂ ਸਥਿਤੀ ਸ਼ਾਇਦ ਇਸ ਤੋਂ ਵੀ ਘੱਟ ਸੀ, ਇਸ ਤੋਂ ਵੀ ਮਾੜੀ ਸੀ। ਅੱਜ ਤਾਂ ਫੇਰ ਤੰਤੀ ਸਾਜ਼ ਵੱਜ ਰਹੇ ਨੇ, ਘੱਟੋ ਘੱਟ ਪਹਿਲਾ ਸ਼ਬਦ ਜ਼ਰੂਰ ਰਾਗ 'ਚ ਪੜ੍ਹ ਲੈਂਦੇ ਨੇ। ਪ੍ਰੋਫੈਸਰ ਤਾਰਾ ਸਿੰਘ ਜੀ ਨੂੰ ਗੁਰਬਾਣੀ ਦੀ ਚੇਟਕ ਬਚਪਨ ਤੋਂ ਹੀ ਪ੍ਰਾਪਤ ਹੋਈ ਸੀ ਘਰੋਂ। ਬਾਅਦ 'ਚ ਹਰਗੁਣਾ ਟਕਸਾਲ ਵਿਖੇ ਸੰਪੂਰਨ ਸਿੰਘ ਜੀ, ਭਾਈ ਸੰਪੂਰਨ ਸਿੰਘ ਜੀ ਤੋਂ ਉਹਨਾਂ ਨੇ ਸਿੱਖਿਆ। ਆਪ ਉੱਪਰ ਭਾਈ ਰਣਧੀਰ ਸਿੰਘ ਜੀ ਅਤੇ ਬਾਬਾ ਅਜੀਤ ਸਿੰਘ ਜੀ ਨੱਥਲਪੁਰ ਵਾਲਿਆਂ, ਜਿਨ੍ਹਾਂ ਦੇ ਕਰ ਕਮਲਾਂ ਨਾਲ ਸ੍ਰੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੀ ਨੀਂਹ ਰੱਖੀ ਹੋਈ ਹੈ, ਇਹਨਾਂ ਦੀ ਅਪਾਰ ਬਖਸ਼ਿਸ਼ ਸੀ ਅਤੇ ਆਪ ਨੂੰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠ ਸੀ। ਇਹਨਾਂ ਸ਼ਖਸੀਅਤਾਂ ਦਾ ਪ੍ਰਭਾਵ ਹੀ ਸੀ ਸ਼ਾਇਦ, ਜਿਹਦੇ ਕਰਕੇ ਇਹਨਾਂ ਨੇ ਉਸ ਸਮੇਂ ਜੋ ਗੁਰਮਤਿ ਕੀਰਤਨ ਵਿੱਚ ਨਿਘਾਰ ਸੀ ਉਹਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਸ਼ੁੱਧ ਗੁਰਬਾਣੀ ਕੀਰਤਨ ਦੀ ਲਗਨ ਲੱਗੀ ਆਪ ਨੂੰ। ਨਾਲ ਨਾਲ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਖੋਜ ਵੀ ਆਪਨੇ ਜਾਰੀ ਰੱਖੀ। ਜਿਹੜੀ ਹੁਣ ਡਾਕਟਰ ਸਾਹਿਬ ਨੇ ਗੱਲ ਕਹੀ ਕਿ ਨਿਰਧਾਰਿਤ ਰਾਗ ਵਿੱਚ ਗਾਣਾ ਅਤੇ ਰਹਾਉ ਵਾਲੀ ਤੁਕ ਨੂੰ ਹੀ ਸਥਾਈ ਬਣਾਉਣਾ, ਇਹ ਮੇਰਾ ਖਿਆਲ, ਮੈਂ ਗਲਤ ਨਹੀਂ ਹੋਵਾਂਗੇ, ਪ੍ਰੋਫੈਸਰ ਤਾਰਾ ਸਿੰਘ ਜੀ ਨੇ ਇਸ ਦਾ ਬੜਾ ਠੋਕ ਕੇ ਸਮਰਥਨ ਕੀਤਾ ਉਸ ਸਮੇਂ 70s ਦੇ ਵਿੱਚ, ਲੇਟ 60s 70s ਦੇ ਵਿੱਚ,
ਕਿ ਰਹਾਓ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਔਰ ਗੁਰੂ ਸਾਹਿਬ ਜਦ ਸਾਨੂੰ ਕਹਿ ਰਹੇ ਨੇ ਉਹਨੂੰ ਹੀ ਸਥਾਈ ਬਣਾਇਆ ਜਾਵੇ ਅਤੇ ਸ਼ਬਦ ਦੇ ਪਦਿਆਂ ਦੇ ਜਿਹੜੇ ਅੰਕ ਨੇ ਉਹਨਾਂ ਦੇ ਅਨੁਸਾਰ ਬਾਕੀ ਅੰਤਰੇ ਗਾਏ ਜਾਣ। ਜਿਵੇਂ ਆਪ ਜੀ ਨੇ ਬੜੀ ਅੱਛੀ ਉਦਾਹਰਨ ਦਿੱਤੀ, ਮੈਂ ਰਿਪੀਟ ਨਹੀਂ ਕਰਦਾ। ਇਸ ਤੋਂ ਇਲਾਵਾ ਪੜਤਾਲ ਗਾਇਨ ਸ਼ੈਲੀ, 55 ਪੜਤਾਲਾਂ ਅਸੀਂ ਸਭ ਅੱਜ ਜਾਣਦੇ ਹਾਂ ਕਿ ਚੌਥੀ ਪਾਤਸ਼ਾਹੀ ਅਤੇ ਪੰਜਵੀਂ ਪਾਤਸ਼ਾਹੀ ਜੀ ਨੇ 55 ਪੜਤਾਲਾਂ ਰਾਗਾਂ ਵਿੱਚ ਸਾਨੂੰ ਸੌਂਪੀਆਂ ਹਨ। ਉਹਨਾਂ ਨੂੰ ਗਾਉਣਾ, ਉਹਨਾਂ ਦੀਆਂ ਨੋਟੇਸ਼ਨਸ ਬਣਾ ਕੇ ਪੁਸਤਕ ਦੇ ਰੂਪ ਵਿੱਚ ਦੇਣਾ, ਇਹ ਸਭ ਤੋਂ ਪਹਿਲਾਂ ਜਿਹੜਾ ਕਾਰਜ ਹੈ, ਮਹਾਨ ਕਾਰਜ ਹੈ, ਪ੍ਰੋਫੈਸਰ ਤਾਰਾ ਸਿੰਘ ਜੀ ਨੇ ਕੀਤਾ ਹੈ। ਅਗਲਾ ਜਿਹੜਾ ਪੁਆਇੰਟ ਹੈ, ਗੁਰਮਤਿ ਸੰਗੀਤ ਦੇ ਰਾਗਾਂ ਦੀ ਖੋਜ। ਅੱਜ ਅਸੀਂ ਗੱਲ ਕਰ ਰਹੇ ਸੀ 31 ਮੁੱਖ ਰਾਗ, 31 ਉਪਰਾਗ, ਪਰ ਪ੍ਰੋਫੈਸਰ ਤਾਰਾ ਸਿੰਘ ਜੀ ਨੇ 1988 ਤੋਂ ਪਹਿਲਾਂ ਆਪਣੀ ਖੋਜ ਜਿਹੜੀ ਕੀਤੀ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਗ ਰਤਨਾਵਲੀ ਪੁਸਤਕ ਵਿੱਚ 65 ਰਾਗ ਮੰਨੇ ਨੇ। ਬਾਅਦ ਵਿੱਚ ਇੱਕ ਹੋਰ ਰਾਗ ਉਹਨਾਂ ਨੇ 66ਵਾਂ ਆਸਾਵਰੀ ਸੁਧੰਗ ਮੰਨਿਆ ਹੈ ਔਰ ਪਰ ਉਹ ਨਾਲ ਬੇਨਤੀ ਕਰ ਰਹੇ ਨੇ ਕਿ ਮੇਰੀ ਇਸ ਖੋਜ ਨੂੰ ਅੰਤਿਮ ਨਾ ਸਮਝੋ, ਜੋ ਮੈਨੂੰ ਸਮਝ ਆ ਰਿਹਾ, ਜੋ ਮੈਂ ਲੱਭ ਪਾ ਰਿਹਾ ਉਹ ਪ੍ਰਸਤੁਤ ਕਰ ਰਿਹਾ ਹਾਂ। ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਜਦੋਂ 1990-91 ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਰਾਗ ਨਿਰਣਾਇਕ ਕਮੇਟੀ ਬਣਾਈ ਗਈ, ਜਿਸ ਦੇ ਵਿੱਚ ਪੰਡਿਤ ਦਲੀਪ ਚੰਦਰ ਬੇਦੀ ਜੀ ਉਸ ਦੇ ਵਿੱਚ ਮੁਖੀ ਸਨ, ਤਾਂ ਪ੍ਰੋਫੈਸਰ ਤਾਰਾ ਸਿੰਘ ਜੀ ਦੁਆਰਾ ਖੋਜੇ ਹੋਏ ਰਾਗ ਸਰੂਪਾਂ ਵਿੱਚੋਂ ਲਗਭਗ 70-75% ਇਨ ਬਿਨ ਮੰਨ ਲਏ ਗਏ। ਇਹ ਇੱਕ ਵਿਅਕਤੀ ਵੱਲੋਂ ਕੀਤੀ ਗਈ ਖੋਜ ਨੂੰ ਇੰਨੀ ਮਤਲਬ ਪ੍ਰਮਾਣਿਕ ਹੈ। 70-75% ਬਹੁਤ ਜ਼ਿਆਦਾ ਹੈ। ਕੁਝ ਮਤਭੇਦ ਜ਼ਰੂਰ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਸਕਦਾ ਅੱਗੇ ਹੋਰ ਸਾਨੂੰ ਕੁਝ ਇਹਦੇ 'ਚ ਖੋਜ ਕਰੀਏ ਤਾਂ ਕੁਝ ਹੋਰ ਵੀ ਨਜ਼ਰ ਆ ਸਕਦਾ ਹੈ। ਆਪ ਨੇ 11 ਪੁਸਤਕਾਂ ਜਿਹੜੀਆਂ ਨੇ ਸੁਰਲਿਪੀਬੱਧ ਕਾਰਜ ਕਰਕੇ ਸੰਗੀਤ ਜਗਤ ਨੂੰ, ਗੁਰਮਤਿ ਸੰਗੀਤ ਜਗਤ ਨੂੰ ਦਿੱਤੀਆਂ ਨੇ। ਮੈਂ ਗਿਣਾਉਣ ਲੱਗ ਜਾਵਾਂਗਾ ਤਾਂ ਬੜਾ ਟਾਈਮ ਲੱਗੇਗਾ, ਸਾਰੇ ਜਾਣਦੇ ਹਾਂ। ਪਹਿਲੀ ਪੁਸਤਕ ਆਈ ਸੀ ਸ੍ਰੀ ਗੁਰੂ ਤੇਗ ਬਹਾਦਰ ਰਾਗ ਰਤਨਾਵਲੀ ਅਤੇ ਹੁਣੇ 2 ਸਾਲ ਪਹਿਲਾਂ ਭਗਤ ਹੀਤ ਗਾਵੈ ਰਵਿਦਾਸਾ, ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਲਗਭਗ ਸਾਰੀਆਂ ਇਹ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, 1-2 ਨੂੰ ਛੱਡ ਕੇ। ਸੋ ਗੁਰਬਾਣੀ ਦਾ ਸੁਰਲਿਪੀਬੱਧ ਕਾਰਜ ਐਡੀ ਵੱਡੀ ਗਿਣਤੀ ਵਿੱਚ ਕਰਨਾ ਔਰ ਉਹਨਾਂ ਨੂੰ ਉਸ ਨੂੰ ਕਰਕੇ ਆਪਣੇ ਵਿਦਿਆਰਥੀਆਂ ਨੂੰ, ਹੋਰਾਂ ਨੂੰ ਸਿਖਾਉਣਾ ਨਾਲ ਕੇਵਲ ਇਹ ਨਹੀਂ ਕਮਰੇ 'ਚ ਬੈਠ ਕੇ ਸੁਰਲਿਪੀਆਂ ਬਣਾਈਆਂ ਅਤੇ ਕਿਤਾਬਾਂ ਛਪਾ ਦਿੱਤੀਆਂ, ਵਿਦਿਆਰਥੀਆਂ ਨੂੰ ਸਿਖਾਈਆਂ। ਉਹਨਾਂ ਦੇ ਪ੍ਰਮੁੱਖ ਸ਼ਿਸ਼ ਜਿਨ੍ਹਾਂ ਵਿੱਚ ਡਾਕਟਰ ਗੁਰਨਾਮ ਸਿੰਘ ਜੀ ਬਾਰੇ ਅਸੀਂ ਸਭ ਜਾਣਦੇ ਹਾਂ। ਇਹਨਾਂ ਤੋਂ ਇਲਾਵਾ ਮੈਂ ਕੁਝ ਨਾਂ ਲੈਣੇ ਚਾਹੁੰਦਾ ਹਾਂ। ਡਾਕਟਰ ਨਿਵੇਦਿਤਾ ਸਿੰਘ ਜੀ, ਡਾਕਟਰ ਜਬਰਜੰਗ ਸਿੰਘ ਜੀ, ਜਿਹੜੇ ਕਿ ਅਸਲ 'ਚ ਡਾਕਟਰ ਗੁਰਨਾਮ ਸਿੰਘ ਨੇ ਵੀ, ਜਦੋਂ ਮੈਂ ਖੋਜ ਕਾਰਜ ਕੀਤਾ ਪ੍ਰੋਫੈਸਰ ਤਾਰਾ ਸਿੰਘ ਜੀ ਦੇ ਉੱਪਰ, ਮੇਰਾ PhD ਦਾ ਕੰਮ ਉਹਨਾਂ ਦੇ ਉੱਪਰ ਹੀ ਹੈ, ਗੁਰਮਤਿ ਸੰਗੀਤਾਚਾਰੀਆ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਸੰਗੀਤ ਨੂੰ ਯੋਗਦਾਨ, ਤਾਂ ਡਾਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਮੇਰੇ ਪ੍ਰੋਫੈਸਰ ਸਾਹਿਬ ਦੇ ਘਰ ਪਹੁੰਚਣ ਤੋਂ ਪਹਿਲਾਂ ਡਾਕਟਰ ਜਬਰਜੰਗ ਸਿੰਘ ਜੀ ਉੱਥੇ ਬੈਠੇ ਹੁੰਦੇ ਸਨ ਔਰ ਮੇਰੇ ਤੋਂ ਪਹਿਲਾਂ ਸਿੱਖਣ ਲੱਗੇ ਸੀ। ਡਾਕਟਰ ਜਬਰਜੰਗ ਜੀ ਉਹਨਾਂ ਦੇ ਸਭ ਤੋਂ ਪੁਰਾਣੇ ਸੀਨੀਅਰ ਸ਼ਿਸ਼ ਨੇ ਅਤੇ ਮੈਨੂੰ ਜਾਪਦਾ ਹੈ ਕਿ ਮੈਂ ਉਹਨਾਂ ਦਾ ਸਭ ਤੋਂ ਛੋਟਾ ਸ਼ਿਸ਼ ਸੀ, ਜਿਹੜਾ ਕਿ 4 ਸਾਲ ਦੀ ਛੋਟੀ ਉਮਰ ਵਿੱਚ ਉਹਨਾਂ ਤੋਂ ਸਿੱਖਣ ਲੱਗਿਆ 1977 'ਚ। 1988 ਤੱਕ ਲਗਾਤਾਰ 11-11.5 ਸਾਲ ਉਹਨਾਂ ਤੋਂ ਆਸ਼ੀਰਵਾਦ ਮਿਲਿਆ, ਜਿਹਦੀ ਬਦੌਲਤ ਅੱਜ ਕੁਝ ਕਰ ਰਹੇ ਹਾਂ। ਇਸ ਤੋਂ ਇਲਾਵਾ ਡਾਕਟਰ ਗੁਰਨਾਮ ਸਿੰਘ ਜੀ ਦੇ ਛੋਟੇ ਭਰਾ ਡਾਕਟਰ ਬਚਿੱਤਰ ਸਿੰਘ, ਸਰਦਾਰ ਬਲਜੀਤ ਸਿੰਘ ਜੀ ਸਵਰਗਵਾਸੀ, ਸਰਦਾਰ ਪਰਮਜੀਤ ਸਿੰਘ, ਡਾਕਟਰ ਜਸਬੀਰ ਕੌਰ ਜੀ ਇੱਥੇ ਬੈਠੇ ਨੇ, ਇਹ ਵੀ ਪ੍ਰੋਫੈਸਰ ਤਾਰਾ ਸਿੰਘ ਜੀ ਕੋਲੋਂ ਸਿੱਖੇ ਨੇ। ਬੀਬੀ ਹਰਿੰਦਰ ਕੌਰ ਜੀ ਗੁਰੂ ਨਾਨਕ ਆਸ਼ਰਮ ਪਟਿਆਲਾ ਵਾਲੇ, ਸ੍ਰੀ ਕੇਸਰ ਫਰਾਜ਼, ਬਲਦੇਵ ਸਿੰਘ ਨਿਹੰਗ ਜਿਹੜੇ ਕਿ ਹੁਣ ਦਿੱਲੀ ਰਹਿੰਦੇ ਨੇ, ਉਹਨਾਂ ਨੇ ਵੀ ਸਿੱਖਿਆ। ਬਹੁਤ ਸਾਰੇ ਨੇ, ਸੈਂਕੜੇ, ਹਜ਼ਾਰਾਂ ਸ਼ਿਸ਼ ਨੇ, ਮੈਂ ਨਾਂ ਨਹੀਂ ਲੈ ਸਕਦਾ ਉਹਨਾਂ ਸਭ ਦੇ। ਇਸ ਤੋਂ ਇਲਾਵਾ ਜਿਹੜੀ ਅਸੀਂ ਪੜਤਾਲ ਦੀ ਗੱਲ ਕੀਤੀ, ਪੜਤਾਲ ਇੰਨੀ ਕਠਿਨ, ਇੰਨੀ ਜਟਿਲ ਗਾਇਨ ਸ਼ੈਲੀ ਹੈ, ਉਸ ਨੂੰ ਸਮਝਣਾ, ਉਸ ਨੂੰ ਉਹਦੀਆਂ ਨੋਟੇਸ਼ਨਸ ਬਣਾਉਣੀਆਂ, ਆਪਣੇ ਸਿੱਖਿਆਰਥੀਆਂ ਨੂੰ, ਵਿਦਿਆਰਥੀਆਂ ਨੂੰ ਸਿਖਾਉਣੀਆਂ ਅਤੇ ਉਸ ਦਾ ਪ੍ਰਸਤੁਤੀ ਵੀ ਕਰਾਉਣੀ। ਇਹ ਅਗਲਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਕਿ ਗੁਰਮਤਿ ਸੰਗੀਤ ਦੀ ਸਿਖਲਾਈ ਦੇ ਨਾਲ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਅਤੇ ਇੱਕ ਸੰਸਥਾ ਦੀ ਵੀ ਉਹਨਾਂ ਨੇ ਸਥਾਪਨਾ ਕੀਤੀ 1979 ਵਿੱਚ ਪਟਿਆਲਾ ਵਿਖੇ ਆਪਣੇ ਸ਼ਿਸ਼ਾਂ ਅਤੇ ਪਟਿਆਲੇ ਦੇ ਸਮੂਹ ਕੀਰਤਨ ਪ੍ਰੇਮੀਆਂ ਦੇ ਸਹਿਯੋਗ ਨਾਲ ਗੁਰਮਤਿ ਸੰਗੀਤ ਸੁਸਾਇਟੀ ਬਣਾਈ। ਜਿਹੜੇ ਵੀ ਪਟਿਆਲੇ ਦੇ ਪੁਰਾਣੇ ਲੋਕ ਨੇ ਉਹ ਜਾਣਦੇ ਨੇ। ਹਫਤਾਵਾਰੀ ਕੀਰਤਨ ਸਮਾਗਮਾਂ ਦੀ ਲੜੀ ਆਰੰਭੀ। ਦੇਖੋ, ਮੈਂ ਵਿਦਿਆਰਥੀ ਬਹੁਤ ਗਿਣਤੀ 'ਚ ਬੈਠੇ ਨੇ ਕਿ ਇੱਕ ਖੋਜ ਕਰਨਾ, ਉਸ ਅਨੁਸਾਰ ਸੁਰਲਿਪੀਆਂ ਬਣਾਉਣਾ, ਉਸ ਅਨੁਸਾਰ ਉਹਨੂੰ ਸਿਖਾ ਦੇਣਾ ਬੱਚਿਆਂ ਨੂੰ, ਅਤੇ ਕੇਵਲ ਸਿਖਾ ਨਹੀਂ ਦਿੱਤਾ, ਉਹਨਾਂ ਦੀ ਕੀਰਤਨ ਦੇ ਸਮਾਗਮ ਰਚਣੇ ਤਾਂ ਕਿ ਆਮ ਸੰਗਤ ਸਮਾਜ ਨੂੰ ਅਸੀਂ ਨਾਲ ਜੋੜ ਸਕੀਏ। ਪਟਿਆਲੇ ਘਰੋਂ ਘਰ ਜਾ ਕੇ ਹਰ ਵੀਰਵਾਰ ਦੇ ਵੀਰਵਾਰ ਗੁਰਮਤਿ ਸੰਗੀਤ ਸੁਸਾਇਟੀ ਵੱਲੋਂ 1.5 ਘੰਟੇ ਦਾ ਨਿਰਧਾਰਿਤ ਰਾਗਾਂ ਵਿੱਚ ਰਹਾਓ ਪਦਿਆਂ ਦੇ ਅਨੁਸਾਰ ਕੀਰਤਨ ਕਰਨਾ, ਰਹਾਓ ਨੂੰ ਸਥਾਈ ਬਣਾ ਕੇ, ਨਾਲ ਤੰਤੀ ਸਾਜ਼ ਵੱਜਦੇ ਸੀ। ਖੁਦ ਪ੍ਰੋਫੈਸਰ ਸਾਹਿਬ ਦਿਲਰੂਬਾ ਵਜਾਉਂਦੇ ਸੀ
ਵਾਇਲਨ ਵਜਾਉਂਦੇ ਸੀ, ਸਿਤਾਰ ਵਜਾਉਂਦੇ ਸੀ, ਤਬਲਾ ਵੀ ਵਜਾਉਂਦੇ ਸੀ। ਡਾਕਟਰ ਗੁਰਨਾਮ ਸਿੰਘ ਜੀ ਹੋਰ ਸਾਰੇ ਸ਼ਿਸ਼ ਆਪਣੇ ਮੋਢਿਆਂ 'ਤੇ ਚੁੱਕ ਕੇ ਸਾਜ਼ ਸਿਰ 'ਤੇ ਕਈ ਵਾਰ ਹੱਥ 'ਚ ਪਕੜ ਕੇ ਜਾਂਦੇ ਸੀ। ਅੱਜ ਜੋ ਅਸੀਂ ਗੱਲ ਕਰ ਰਹੇ ਹਾਂ ਕਿ ਗੁਰਮਤਿ ਸੰਗੀਤ ਇੱਕ ਅਕਾਦਮਿਕ ਵਿਸ਼ੇ ਵਜੋਂ ਸਥਾਪਿਤ ਹੋ ਗਿਆ ਹੈ, ਬਸ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਾਂਗਾ। ਗੁਰਮਤਿ ਸੰਗੀਤ ਦੀ ਮਹਾਨ ਪਰੰਪਰਾ ਦੀ ਪੁਨਰ ਸਥਾਪਤੀ, ਸਾਂਭ ਸੰਭਾਲ ਅਤੇ ਦਿਸ਼ਾਬੱਧ ਵਿਕਾਸ ਲਈ ਇਸ ਨੂੰ ਵਿਸ਼ੇ ਦੇ ਰੂਪ ਵਿੱਚ ਅਕਾਦਮਿਕ ਪੱਧਰ 'ਤੇ ਸਥਾਪਿਤ ਕਰਨ ਦੀ ਜ਼ਰੂਰਤ ਨੂੰ ਸਭ ਤੋਂ ਪਹਿਲਾਂ ਪ੍ਰੋਫੈਸਰ ਤਾਰਾ ਸਿੰਘ ਜੀ ਨੇ ਹੀ ਸਮਝਿਆ। ਜਦੋਂ ਵੀ ਮੌਕਾ ਮਿਲਦਾ ਆਪ ਸੈਮੀਨਾਰਾਂ ਜਾਂ ਖੋਜ ਪ੍ਰਕਾਸ਼ਨਾਵਾਂ ਰਾਹੀਂ ਗੁਰਮਤਿ ਸੰਗੀਤ ਵਿਸ਼ੇ ਉੱਪਰ ਗੱਲ ਕਰਦੇ ਰਹਿੰਦੇ। ਆਪ ਕਹਿੰਦੇ ਸਨ, ਮੈਂ ਜੋ ਕਾਰਜ ਕਰ ਰਿਹਾ ਹਾਂ, ਜੋ ਖੋਜ ਕਰ ਰਿਹਾ ਹਾਂ, ਇਸ ਦੀ ਕਦਰ ਜੇ ਮੇਰੇ ਹੁੰਦਿਆਂ ਨਹੀਂ ਤਾਂ ਮੇਰੇ ਪਿੱਛੋਂ ਜ਼ਰੂਰ ਪਵੇਗੀ। ਜਿੰਨੇ ਚਾਅ, ਉਮੰਗ ਅਤੇ ਉਤਸ਼ਾਹ ਨਾਲ ਦਾਤਾ ਮੈਥੋਂ ਇਹ ਕੰਮ ਕਰਵਾ ਰਿਹਾ ਹੈ, ਇਹ ਮੈਨੂੰ ਹੀ ਪਤਾ ਹੈ, ਇਹ ਨਿਸਫਲ ਨਹੀਂ ਜਾ ਸਕਦਾ। ਆਪਣੇ ਸ਼ਿਸ਼ਾਂ ਵਿਸ਼ੇਸ਼ ਕਰਕੇ ਡਾਕਟਰ ਗੁਰਨਾਮ ਸਿੰਘ ਨੂੰ ਇਸ ਪਾਸੇ ਖੋਜ ਕਰਨ ਲਈ ਪ੍ਰੇਰਿਆ, ਜਿਹੜੀ ਮੈਂ ਸ਼ੁਰੂ 'ਚ ਵੀ ਗੱਲ ਕਹੀ ਸੀ। ਆਪਣੇ ਜਿਉਂਦੇ ਜੀ ਭਾਵੇਂ ਆਪ ਗੁਰਮਤਿ ਸੰਗੀਤ ਦੀ ਅਕਾਦਮਿਕ ਪੱਧਰ 'ਤੇ ਸਥਾਪਨਾ ਨਹੀਂ ਵੇਖ ਸਕੇ, ਪਰ ਅੱਜ ਅਜਿਹਾ ਹੋਣਾ ਪ੍ਰੋਫੈਸਰ ਤਾਰਾ ਸਿੰਘ ਜੀ ਦੁਆਰਾ ਉਲੀਕੇ ਨਕਸ਼ੇ ਦੇ ਆਧਾਰ 'ਤੇ ਇਮਾਰਤ ਦੇ ਉਸਰਨ ਵਾਂਗ ਹੈ। ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਅਸੀਂ ਸਭ ਜਾਣਦੇ ਹਾਂ, ਗੁਰਮਤਿ ਸੰਗੀਤ ਚੇਅਰ, ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਗਿਆਨ ਆਨਲਾਈਨ ਜਿਹੜਾ ਸਟੱਡੀ ਸੈਂਟਰ ਹੈ, ਉਸ ਦੀ ਸਥਾਪਨਾ ਹੋਈ ਹੈ, ਜੋ ਡਾਕਟਰ ਗੁਰਨਾਮ ਸਿੰਘ ਨੇ ਹੀ ਕੀਤੀ ਹੈ। ਪਰ ਇਹਦੇ ਪਿੱਛੇ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਉਹ ਹੈ। ਬਸ ਇੰਨੇ ਕੁ ਮੇਰੇ ਵਿਚਾਰ ਨੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ